ਸਤਿ ਸ਼੍ਰੀ ਅਕਾਲ ਦੋਸਤੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਵਿਸ਼ੇ ਹੈ ਮਨ ਤੋਂ ਅਮਨ ਸਥਿਤੀ ਵਿੱਚ ਜਾਣਾ, ਸ਼ਬਦ ਤੋਂ ਨਿਸ਼ਬਦ ਦੀ ਔਰ ਯਾਤਰਾ ਕਰਨਾ। ਕਿਉਂਕਿ ਬਹੁਤ ਸਾਨੂੰ ਕਨਫਿਊਜ਼ਨ ਰਹਿੰਦੀ ਹੈ ਔਰ ਸਾਡੇ ਕੋਲੋਂ ਸ਼ਬਦ ਛੁੱਟਦੇ ਹੀ ਨਹੀਂ। ਸਾਨੂੰ ਲੱਗਦਾ ਹੈ ਕਿ ਰਾਤੀ ਵੀ ਸੁੱਤੇ ਹੋਏ ਵੀ ਸ਼ਬਦ ਚੱਲਦਾ ਰਹਿਣਾ ਚਾਹੀਦਾ ਹੈ ਔਰ ਐਸੇ ਤਰ੍ਹਾਂ ਦੀ ਸਾਨੂੰ ਸਾਰੇ ਟ੍ਰੇਨਿੰਗ ਵੀ ਦਿੰਦੇ ਨੇ। ਐਸੇ ਤਰ੍ਹਾਂ ਦੇ ਅਸੀਂ ਕਥਾਵਾਂ ਸੁਣਨੇ ਆ ਕਿ ਬਸ ਚਲਦੇ ਰਹਿਣਾ ਚਾਹੀਦਾ, ਚਲਦੇ ਰਹਿਣਾ ਚਾਹੀਦਾ। ਕੋਈ ਵੀ ਮੋਟਰ ਚਲਦੀ ਹੈ ਤੇ ਫਿਰ ਉਹ ਬੰਦ ਵੀ ਹੁੰਦੀ ਹੈ। ਤੇ ਥੋੜਾ ਜਿਹਾ ਇਹਦੇ ਤੇ ਅੱਜ ਵਿਚਾਰ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਸ਼ਬਦ ਤੋਂ ਨਿਸ਼ਬਦ ਦੀ ਸਥਿਤੀ 'ਚ ਜਾਣਾ ਹੈ। ਸ਼ਬਦ ਤੋਂ ਨਿਸ਼ਬਦ ਦੀ ਔਰ ਯਾਤਰਾ, ਮਨ ਤੋਂ ਅਮਨ ਸਥਿਤੀ ਦੀ ਯਾਤਰਾ। ਹੁਣ ਇਹ ਯਾਤਰਾ ਸ਼ੁਰੂ ਕਿੱਥੋਂ ਹੁੰਦੀ ਹੈ? ਸਾਰੇ ਗ੍ਰੰਥ, ਸਾਰੇ ਧਰਮ ਇਹ ਕਹਿੰਦੇ ਨੇ ਕਿ ਬ੍ਰਹਿਮੰਡ ਜਿਹੜਾ ਹੈ ਉਹ ਧਵਨੀ ਤੋਂ, ਸ਼ਬਦ ਤੋਂ ਉਤਪੰਨ ਹੋਇਆ। ਔਰ ਸਾਇੰਸ ਵੀ ਇਹਦੇ ਨਾਲ ਸਹਿਮਤ ਹੈ ਕਿ ਬਿਗ ਬੈਂਗ ਥਿਉਰੀ ਵਿੱਚ ਇੱਕ ਬਲਾਸਟ ਹੋਇਆ, ਸਾਊਂਡ ਆਇਆ ਤੇ ਉਹਦੇ ਤੋਂ ਇਹ ਸਭ ਗਲੈਕਸੀਜ਼, ਪਲੈਨਟ, ਸਟਾਰ ਸਭ ਬਣੇ। ਔਰ ਇਸ ਗੱਲ ਨੂੰ ਸਾਇੰਸ ਵੀ ਮੰਨਦੀ ਹੈ ਕਿ ਇੱਕ ਕੋਈ ਧਵਨੀ ਹੈ ਜਿਹੜੀ ਗੂੰਜ ਰਹੀ ਹੈ ਬ੍ਰਹਿਮੰਡ ਵਿੱਚ, ਲੈਅ ਵਿੱਚ ਗੂੰਜ ਰਹੀ ਹੈ। ਔਰ ਯੋਗੀਆਂ ਨੇ, ਸੰਤਾਂ ਨੇ ਉਸ ਧਵਨੀ ਨੂੰ ਸੁਣਿਆ ਜਿਹਨੂੰ ਉਹਨਾਂ ਨੇ ਓਮ ਦਾ ਨਾਮ ਦਿੱਤਾ ਕਿ ਇਹ ਓਮ ਦੀ ਧਵਨੀ ਹਰ ਸਮੇਂ ਬ੍ਰਹਿਮੰਡ ਵਿੱਚ ਚੱਲ ਰਹੀ ਹੈ। ਔਰ ਸਮਾਧੀ ਸਥਿਤੀ ਵਿੱਚ ਉਹਨਾਂ ਨੇ ਉਹ ਧਵਨੀ ਨੂੰ ਸੁਣਿਆ। ਜੋ ਵੀ ਸਾਧਨਾ ਕਰਦਾ ਹੈ ਔਰ ਉਸ ਸਥਿਤੀ ਵਿੱਚ ਪਹੁੰਚਦਾ ਹੈ ਉਹਨੂੰ ਉਹ ਧਵਨੀ ਸੁਣਾਈ ਦਿੰਦੀ ਹੈ। ਤੇ ਇਹ ਜਿਹੜਾ ਸ੍ਰਿਸ਼ਟੀ, ਜਿਹੜੀ ਇਹ ਬ੍ਰਹਿਮੰਡ ਉਤਪੰਨ ਹੋਇਆ, ਇਹ ਧਵਨੀ ਤੋਂ ਉਤਪੰਨ ਹੋਇਆ। ਹੁਣ ਅਸੀਂ ਦੇਖੀਏ ਕਿ ਇਹ ਜਿਹੜੀ ਧਵਨੀ ਹੈ, ਇਹ ਧਵਨੀ ਤੋਂ ਜਿਹੜਾ ਸ਼ਬਦ ਉਤਪੰਨ ਹੋਇਆ। ਹੁਣ ਜਿਸ ਵੇਲੇ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਤੇ ਉਹਦੇ ਕੋਲ ਕੋਈ ਸ਼ਬਦ ਨਹੀਂ ਹੁੰਦੇ, ਉਹਨੂੰ ਸ਼ਬਦ ਨਹੀਂ ਪਤਾ। ਉਹ ਊਰਜਾ ਨੂੰ ਔਰ ਤਰੰਗਾਂ ਨੂੰ ਮਹਿਸੂਸ ਕਰਦਾ ਹੈ। ਉਹਨੂੰ ਇਹ ਵੀ ਨਹੀਂ ਪਤਾ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਕਿਹੜੇ ਧਰਮ ਦਾ, ਮੈਂ ਕਿਹੜਾ ਨਾਮ ਜਪਣਾ, ਕੁਝ ਨਹੀਂ ਪਤਾ। ਲੇਕਿਨ ਗ੍ਰੰਥ ਹੈ ਕਹਿੰਦੇ ਨੇ ਕਿ ਬੱਚਾ ਉਸ ਵੇਲੇ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ। ਕਿਸ ਤਰ੍ਹਾਂ ਯਾਦ ਕਰਦਾ? ਉਹਦੇ ਕੋਲ ਤਾਂ ਸ਼ਬਦ ਹੈ ਨਹੀਂ। ਉਹਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਨਾਮ ਲੈਣਾ, ਰਾਮ ਕਹਿਣਾ, ਵਾਹਿਗੁਰੂ ਕਹਿਣਾ, ਅੱਲਾ ਕਹਿਣਾ, ਕੀ ਕਹਿਣਾ, ਜੀਸਸ ਕਹਿਣਾ, ਕੁਝ ਨਹੀਂ ਪਤਾ। ਫਿਰ ਉਹ ਕਿਹੜਾ ਨਾਮ ਜਪਦਾ ਗਰਭ ਦੇ ਅੰਦਰ, ਜਦਕਿ ਉਹਦੇ ਕੋਲ ਸ਼ਬਦ ਵੀ ਨਹੀਂ ਨੇ। ਤੇ ਬਾਣੀ ਇਹ ਕਹਿੰਦੀ ਉਹਦੀ ਲਿਵ ਜੁੜੀ ਰਹਿੰਦੀ ਪਰਮਾਤਮਾ ਨਾਲ। ਤੇ ਲਿਵ ਜੁੜਨਾ ਕੀ ਹੈ? ਇੱਕ ਤਾਰ ਜੁੜੀ ਹੋਈ ਹੈ। ਤਾਰ ਜਿਹੜੀ ਜਿਹਦੇ ਚ ਕਰੰਟ ਪਾਸ ਹੋ ਰਿਹਾ, ਉਹ ਤਾਰ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਹੈ। ਔਰ ਉਹਦੇ ਨਾਲ ਹੀ ਉਹਦੀ ਰੱਖਿਆ ਹੁੰਦੀ ਹੈ, ਉਹਦੇ ਨਾਲ ਹੀ ਉਹਦਾ ਸਰੀਰ ਬਣਦਾ ਹੈ, ਉਹਦੇ ਨਾਲ ਹੀ ਸਭ ਕੁਝ ਉਹਨੂੰ ਪਤਾ ਚੱਲਦਾ ਹੈ, ਔਰ ਉਹਦੇ ਨਾਲ ਹੀ ਉਹਦੀ ਪਰਵਰਿਸ਼ ਵੀ ਹੁੰਦੀ ਹੈ। ਇੱਕ ਤਾਰ ਪਰਮਾਤਮਾ ਨਾਲ ਜੁੜੀ ਹੈ, ਆਤਮਾ ਦੀ। ਔਰ ਇੱਕ ਜਿਹੜੀ ਸੰਸਾਰ ਚਲਾਉਣ ਲਈ ਸਰੀਰ ਜੋ ਬਣ ਰਿਹਾ ਹੈ, ਜੋ ਸੰਸਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਉਹ ਉਹਦੀ ਤਾਰ ਮਾਂ ਨਾਲ, ਮਾਂ ਦੀ ਨਾਭੀ ਨਾਲ ਜੁੜੀ ਹੈ। ਉੱਤੋਂ ਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ, ਥੱਲਿਓਂ ਵੀ ਜ਼ਰੂਰਤਾਂ ਪੂਰੀਆਂ ਸੰਸਾਰ ਦੀਆਂ ਹੋ ਰਹੀਆਂ ਨੇ ਮਾਂ ਦੇ ਮਾਧਿਅਮ ਨਾਲ। ਉਹਨੂੰ ਕੁਝ ਖਾਣ ਪੀਣ ਦੀ ਲੋੜ ਨਹੀਂ ਹੈ, ਕੁਝ ਕਹਿਣ ਦੀ ਲੋੜ ਨਹੀਂ ਹੈ ਮੈਨੂੰ ਭੁੱਖ ਲੱਗੀ ਹੈ। ਆਪਣੇ ਆਪ ਹੀ ਸਭ ਕੁਝ ਹੁੰਦਾ ਚਲਾ ਜਾਂਦਾ ਹੈ। ਔਰ ਐਸੇ ਲਈ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਜੋ ਵੀ ਖਾਣ ਦਾ ਮਨ ਕਰਦਾ ਉਹ ਖਾਣਾ ਚਾਹੀਦਾ ਹੈ। ਜਿੰਨਾ ਖਾਣ ਦਾ ਮਨ ਕਰਦਾ ਖਾਣਾ ਚਾਹੀਦਾ ਹੈ। ਜਿੰਨਾ ਅੱਛਾ ਖਾਣਾ ਖਾਓਗੇ ਉਹਨਾਂ ਬੱਚਾ ਤੰਦਰੁਸਤ ਰਹੇਗਾ। ਬੱਚਾ ਤੇ ਆਵਾਜ਼ਾਂ ਨਹੀਂ ਮਾਰ ਰਿਹਾ ਅੰਦਰੋਂ ਕਿ ਮੈਨੂੰ ਇਹ ਦਿਓ, ਮੈਨੂੰ ਉਹ ਦਿਓ, ਲੇਕਿਨ ਉਹ ਆਪਣੇ ਆਪ ਹੀ ਉਸ ਤਰ੍ਹਾਂ ਦਾ ਪਰਮਾਤਮਾ ਨੇ ਮਾਂ ਦਾ ਸਿਸਟਮ ਬਣਾਤਾ ਕਿ ਆਪਣੇ ਆਪ ਹੀ ਉਹ ਮਾਂ ਉਸ ਤਰ੍ਹਾਂ ਹੀ ਕਰਦੀ ਰਹਿੰਦੀ। ਤੇ ਉਹ ਬੱਚਾ ਉਹ ਵਾਈਬ੍ਰੇਸ਼ਨ ਨੂੰ ਫੀਲ ਕਰ ਰਿਹਾ, એનર્ਜੀ ਨੂੰ ਫੀਲ ਕਰ ਰਿਹਾ। ਉਹ ਜਿਹੜਾ ਇੱਕ ਅਣੂ ਬਣਿਆ ਦੋ ਸ਼ਰੀਰਾਂ ਦੇ ਮੇਲ ਨਾਲ, ਹੌਲੀ ਹੌਲੀ ਉਹਦੇ ਚ ਜੀਵਨ ਆਉਣ ਲੱਗ ਗਿਆ, ਸਰੀਰ ਦਾ ਨਿਰਮਾਣ ਹੋਣ ਲੱਗ ਗਿਆ। ਉਹਦੀਆਂ ਸਾਰੀਆਂ ਜ਼ਰੂਰਤਾਂ ਪਰਮਾਤਮਾ ਪੂਰੀਆਂ ਕਰ ਰਿਹਾ ਹੈ। ਉਲਟਾ ਗਰਭ ਵਿੱਚ ਲਟਕਿਆ ਹੋਇਆ, ਲੇਕਿਨ ਫਿਰ ਵੀ ਅਗਨੀ ਵਿੱਚ, ਪਾਣੀ ਵਿੱਚ, ਲੇਕਿਨ ਅਗਨੀ ਪਾਣੀ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਹਰ ਵਕਤ ਉੱਥੇ ਉਹ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਯਾਦ ਕਰ ਰਿਹਾ ਕਿ ਮੈਨੂੰ ਇੱਕ ਵਾਰੀ ਇਸ ਕੁੰਭੀ ਨਰਕ ਚੋਂ ਬਾਹਰ ਕੱਢ। ਜੋ ਯੋਗੀਆਂ ਨੇ ਕਿਹਾ ਕਿ ਇਹ ਕੁੰਭੀ ਨਰਕ ਦੇ ਸਮਾਨ ਦੁੱਖ ਹੈ, ਉੱਥੇ ਗੰਦਗੀ ਹੈ, ਤੇ ਉਹ ਕਹਿ ਰਿਹਾ ਇੱਕ ਵਾਰੀ ਮੈਨੂੰ ਬਾਹਰ ਕੱਢ ਤੇ ਮੈਂ ਤੇਰਾ ਨਾਮ ਹੀ ਲਵਾਂਗਾ। ਤੇ ਹੁਣ ਉਹ ਪਰਮਾਤਮਾ ਨਾਲ ਕਿਸ ਤਰ੍ਹਾਂ ਗੱਲਾਂ ਕਰ ਰਿਹਾ? ਸ਼ਬਦ ਤੇ ਹੈ ਨਹੀਂ ਉਹਦੇ ਕੋਲ। ਉਹ ਜਿਹੜੀ ਤਾਰ ਜੁੜੀ, ਉਹਦੀ ਜਿਹੜੀ ਊਰਜਾ ਹੈ ਉਹ ਕੰਮ ਕਰ ਰਹੀ ਹੈ।
ਹੁਣ ਜਿਸ ਵੇਲੇ ਬੱਚੇ ਦਾ ਜਨਮ ਹੋ ਜਾਂਦਾ ਹੈ, ਉਹਦੇ ਕੋਲ ਕੋਈ ਸ਼ਬਦ ਨਹੀਂ ਹੈ, ਸਭ ਤੋਂ ਪਹਿਲਾ ਸ਼ਬਦ ਰੋਣ ਦਾ ਉਹਦੇ ਆਵਾਜ਼ ਆਉਂਦੀ ਹੈ ਉਹਦੀ, ਉਹ ਸ਼ਬਦ ਉਹਨੂੰ ਉੱਥੋਂ ਮਿਲਦਾ ਹੈ, ਬਸ ਉਹਨੂੰ ਰੋਣਾ ਹੀ ਆਉਂਦਾ ਹੈ। ਅਜੇ ਉਹਦਾ ਸਰੀਰ ਤਿਆਰ ਨਹੀਂ ਹੈ ਕਿ ਉਹ ਗੱਲਾਂ ਕਰੇ, ਬੋਲੇ। ਉਹਦੇ ਵਾਸਤੇ ਅਜੇ ਉਹਦੇ ਅੰਦਰ ਬਹੁਤ ਬਦਲਾਅ ਹੋਣੇ ਨੇ, ਸਿਰਫ ਉਹਨੂੰ ਰੋਣਾ ਹੀ ਆਉਂਦਾ, ਹਰ ਚੀਜ਼ ਉਹਨੇ ਰੋਣਾ ਤੇ ਪਤਾ ਮਾਂ ਨੂੰ ਚੱਲ ਜਾਂਦਾ ਕਿ ਇਹਨੂੰ ਕੀ ਚਾਹੀਦਾ। ਤੇ ਜਿਸ ਵੇਲੇ ਬੱਚਾ ਉਸ ਸਥਿਤੀ ਵਿੱਚ, ਨਵਜਾਤ ਸਥਿਤੀ ਵਿੱਚ, ਤੇ ਜੋ ਵੀ ਉਹਨੂੰ ਊਰਜਾ ਮਿਲ ਰਹੀ ਹੈ ਪਰਮਾਤਮਾ ਦੀ, ਉਹ ਸਰੀਰ ਔਰ ਮਨ ਔਰ ਆਤਮਾ, ਇਹਨਾਂ ਦੋਨਾਂ ਨੂੰ ਮਿਲ ਰਹੀ ਹੈ। ਐਸੇ ਵਾਸਤੇ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ। ਜੋ ਊਰਜਾ ਮਿਲ ਰਹੀ ਹੈ ਉਹ ਪੂਰੀ ਊਰਜਾ ਆਤਮਾ ਨੂੰ ਮਿਲ ਰਹੀ ਹੈ, ਸਰੀਰ ਨੂੰ ਮਿਲ ਰਹੀ ਹੈ, ਮਨ ਵਿੱਚ ਹੈ ਹੀ ਨਹੀਂ ਅਜੇ। ਜਿਉਂ-ਜਿਉਂ ਮਨ ਆਣਾ ਸ਼ੁਰੂ ਹੁੰਦਾ ਵਿੱਚ, ਮਨ ਆਂਦਾ ਹੈ ਜਿਸ ਵੇਲੇ ਸ਼ਬਦ ਉਹਨੂੰ ਸਮਝ ਆਉਂਦੇ ਨੇ, ਹੌਲੀ ਹੌਲੀ ਬੱਚੇ ਨੂੰ ਆਪਣੇ ਨਾਮ ਦੀ ਜਿਹੜਾ ਸ਼ਬਦ ਹੈ, ਉਹਨੂੰ ਸ਼ਬਦ ਨਹੀਂ ਪਤਾ, ਲੇਕਿਨ ਉਹ ਨਾਮ ਦੀ ਜਿਹੜੀ ਊਰਜਾ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਕੋਈ ਬੁਲਾ ਰਿਹਾ। ਤੇ ਜਿਉਂ-ਜਿਉਂ ਬੱਚਾ ਸੰਸਾਰ ਵਿੱਚ ਅੱਗੇ ਵੱਧਦਾ ਹੈ, ਉਲਝਦਾ, ਵੱਡਾ ਹੁੰਦਾ ਹੈ, ਸੁਣਦਾ ਹੈ, ਤੇ ਫਿਰ ਹੌਲੀ ਹੌਲੀ 2 ਸਾਲ ਬਾਅਦ, 1.5 ਸਾਲ ਬਾਅਦ, 2.5 ਸਾਲ ਬਾਅਦ, ਜਦੋਂ ਵੀ ਉਹ ਬੋਲਣਾ ਸ਼ੁਰੂ ਕਰਦਾ ਹੈ, ਜਦੋਂ ਉਹਦਾ ਅੰਦਰ ਦਾ ਸਿਸਟਮ ਤਿਆਰ ਹੋ ਜਾਂਦਾ ਬੋਲਣ ਲਈ, ਕਿਉਂਕਿ ਬੋਲਣ ਲਈ ਵੀ ਊਰਜਾ ਚਾਹੀਦੀ ਹੈ, ਤੇ ਜਿਸ ਵੇਲੇ ਅੰਦਰ ਉਹਦੇ ਇਤਨੀ ਊਰਜਾ ਹੋ ਜਾਂਦੀ ਕਿ ਉਹ ਬੋਲ ਸਕੇ, ਤੇ ਉਹ ਜਿਹੜੀ ਪ੍ਰਾਣ ਊਰਜਾ, ਜਿਹੜੀ ਵਾਯੂ, ਪ੍ਰਾਣ ਵਾਯੂ ਹੈ, ਉਹ ਜਾ ਕੇ ਜਿਸ ਵੇਲੇ ਨਾਭੀ ਤੇ ਚੋਟ ਕਰਦੀ ਹੈ ਤੇ ਬੱਚੇ ਦੀ ਆਵਾਜ਼ ਨਿਕਲਦੀ ਹੈ। ਹੁਣ ਹੌਲੀ ਹੌਲੀ ਬੱਚਾ ਸ਼ਬਦਾਂ ਨੂੰ ਪਕੜਨਾ ਸ਼ੁਰੂ ਕਰਦਾ ਹੈ, ਸ਼ਬਦਾਂ ਨੂੰ ਸਮਝਣਾ ਸ਼ੁਰੂ ਕਰਦਾ ਹੈ, ਔਰ ਜਿਉਂ-ਜਿਉਂ ਸ਼ਬਦਾਂ ਨੂੰ ਸਮਝਣਾ ਸ਼ੁਰੂ ਕਰਦਾ ਹੈ, ਪਕੜਨਾ ਸ਼ੁਰੂ ਕਰਦਾ ਹੈ, ਤੇ ਫਿਰ ਮਨ ਜਿਹੜਾ ਹੈ ਇਹ ਵਿਚਕਾਰ ਆ ਜਾਂਦਾ ਹੈ। ਹੁਣ ਸਾਰੀ ਊਰਜਾ ਜਿਹੜੀ ਆਤਮਾ ਨੂੰ ਔਰ ਸਰੀਰ ਨੂੰ ਮਿਲ ਰਹੀ ਸੀ, ਹੁਣ ਉਹ ਮਨ ਨੇ ਫਿਲਟਰ ਲਗਾ ਲਿਆ ਵਿੱਚ, ਹੁਣ ਉਹ ਵਿਚਾਰਾਂ ਦਾ ਫਿਲਟਰ ਲੱਗ ਗਿਆ, ਸਭ ਕੁਝ ਜਾ ਰਿਹਾ ਸੀ ਸਿੱਧਾ ਅੰਦਰ, ਕਿਉਂਕਿ ਅਵਚੇਤਨ ਮਨ ਖੁੱਲਾ ਸੀ ਪੂਰਾ। ਹੁਣ ਚੇਤਨ ਮਨ ਦਾ ਫਿਲਟਰ ਲੱਗਣਾ ਸ਼ੁਰੂ ਹੋ ਗਿਆ, ਛਾਨ ਕੇ ਚੀਜ਼ਾਂ ਅੰਦਰ ਜਾਣ ਲੱਗੀਆਂ, ਕੀ ਅੱਛਾ ਹੈ ਕੀ ਬੁਰਾ ਹੈ, ਯਾਦ ਰੱਖਣ ਲੱਗਾ। ਹੁਣ ਇਹ ਜਿਹੜਾ ਫਿਲਟਰ ਲੱਗ ਗਿਆ, ਹੁਣ ਇਹ ਜਿਹੜੇ ਵਿਚਾਰ ਨੇ ਇਹ ਊਰਜਾ ਨੂੰ ਲੈ ਰਹੇ ਨੇ, ਖਾ ਰਹੇ ਨੇ, ਕਿਉਂਕਿ ਵਿਚਾਰ ਵੀ ਤੇ ਊਰਜਾ ਨਾਲ ਹੀ ਕੰਮ ਕਰਨਗੇ। ਤੇ ਹੁਣ ਜਿੰਨੀ ਊਰਜਾ ਸਰੀਰ ਨੂੰ ਮਿਲਣੀ ਚਾਹੀਦੀ ਹੈ, ਜਿੰਨੀ ਊਰਜਾ ਆਤਮਾ ਨੂੰ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲ ਰਹੀ, ਉਹ ਵਿਚਾਰਾਂ 'ਚ ਉਲਝਦਾ ਚਲਾ ਗਿਆ। ਔਰ ਤੁਸੀਂ ਦੇਖੋ ਕਿ ਸਾਇੰਸ ਇਹ ਕਹਿੰਦੀ ਹੈ ਕਿ 95% 5 ਸਾਲ ਦੀ ਉਮਰ 'ਚ ਬੱਚੇ ਦੀ ਪੂਰੀ ਟ੍ਰੇਨਿੰਗ ਹੋ ਜਾਂਦੀ ਹੈ ਘਰ ਦੇ ਅੰਦਰ ਕਿ ਉਹਨੇ ਜੀਵਨ ਕਿਸ ਤਰ੍ਹਾਂ ਦਾ ਜੀਣਾ ਹੈ, ਜਿਸ ਵੇਲੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਬੱਚਾ ਸਾਡੇ ਕੋਲੋਂ ਸਿੱਖ ਰਿਹਾ ਹੈ। ਬੱਚਾ ਅਗਰ ਸੋ ਵੀ ਰਿਹਾ ਨਾ ਤਾਂ ਵੀ ਉਹ ਸਿੱਖ ਰਿਹਾ, ਕਿਉਂਕਿ ਉਹਦਾ ਚੇਤਨ ਮਨ ਖੁੱਲਾ ਹੈ, ਉਹਦੇ ਅੰਦਰ ਸਭ એનર્ਜੀ, ਵਾਈਬ੍ਰੇਸ਼ਨ ਸਭ ਅੰਦਰ ਜਾ ਰਹੀ ਸਿੱਧੀ, ਵਿੱਚ ਫਿਲਟਰ ਨਹੀਂ ਹੈ ਜੇ ਅੱਛੇ ਬੁਰੇ ਦਾ, ਤੇ ਸਭ ਕੁਝ ਉਹਦੇ ਅੰਦਰ ਜਾ ਰਿਹਾ, ਕੀ ਠੀਕ ਹੈ ਕੀ ਗਲਤ ਹੈ, ਸਭ ਅੰਦਰ ਸਟੋਰ ਹੋ ਰਿਹਾ ਉਹਦੇ। ਤੇ ਉਸ ਵੇਲੇ ਪਰਿਵਾਰ ਨੂੰ ਪਤਾ ਵੀ ਨਹੀਂ ਹੁੰਦਾ, ਮਾਤਾ ਪਿਤਾ ਨੂੰ, ਦਾਦੀ ਦਾਦਾ, ਨਾਨੀ ਨਾਨਾ, ਜੋ ਵੀ ਆਸ-ਪਾਸ ਰਹਿੰਦੇ ਨੇ, ਕਿ ਸਾਡੇ ਵਿਵਹਾਰ ਨਾਲ ਬੱਚਾ ਸਿੱਖ ਰਿਹਾ, ਤੇ ਜੋ ਕੁਝ ਹੁੰਦਾ ਸੀ ਸਭ ਸਿਖਾ ਦਿੰਨੇ ਆ ਉਹਨੂੰ। ਤੇ ਫਿਰ ਜਿਸ ਵੇਲੇ 5 ਸਾਲ ਦੀ ਉਹਨੂੰ ਅਸੀਂ ਸਕੂਲ ਪਾਣ ਲੱਗਨੇ ਆ, ਤੇ ਲੱਖਾਂ ਰੁਪਈਆ ਖਰਚ ਕਰਨੇ ਕਿ ਵਧੀਆ ਤੋਂ ਵਧੀਆ ਸਕੂਲ ਜਾਏ, ਸਿੱਖ ਲੈ, ਲੇਕਿਨ ਪਹਿਲਾ ਸਕੂਲ ਪਰਿਵਾਰ ਨੂੰ, ਮਾਂ ਨੂੰ ਕਿਹਾ ਗਿਆ, ਮਾਂ ਪਹਿਲਾ ਸਕੂਲ ਹੈ ਬੱਚੇ ਦਾ, ਮਾਂ ਪਹਿਲੀ ਟੀਚਰ ਹੈ, ਤੇ ਮਾਂ ਨੇ ਕੀ ਸਿਖਾਇਆ ਹੁਣ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਚੱਲੇਗਾ। ਤਾਂ ਹੀ ਜਿਸ ਵੇਲੇ ਬੱਚਾ ਜਵਾਨ ਹੁੰਦਾ ਉਹ ਪੂਰਾ ਆਪਣੇ ਮਾਤਾ ਪਿਤਾ ਦੀ ਫੋਟੋਕਾਪੀ ਬਣ ਜਾਂਦਾ ਹੈ। ਜਿਨ੍ਹਾਂ ਪਰਿਵਾਰਾਂ 'ਚ ਬਹੁਤ ਪਿਆਰ ਦਾ ਮਾਹੌਲ ਰਹਿੰਦਾ ਹੈ, ਬੱਚਾ ਕੁਦਰਤੀ ਉਹ ਚੀਜ਼ਾਂ ਸਿੱਖ ਲੈਂਦਾ। ਜਿਨ੍ਹਾਂ ਪਰਿਵਾਰਾਂ 'ਚ ਲੜਾਈ ਝਗੜਾ ਰਹਿੰਦਾ, ਬੱਚੇ ਕੁਦਰਤੀ ਉਹ ਚੀਜ਼ਾਂ ਸਿੱਖ ਲੈਂਦੇ ਨੇ। ਜਿਉਂ ਜੀ ਬੋਲੀ ਮਾਤਾ ਪਿਤਾ ਬੋਲਦੇ ਨੇ, ਬੱਚਾ ਸਿੱਖ ਲੈਂਦਾ। ਅਗਰ ਮਾਤਾ ਪਿਤਾ 3-4 ਬੋਲੀਆਂ ਬੋਲਦੇ ਨੇ, ਬੱਚਾ ਵੀ 3-4 ਬੋਲੀਆਂ ਸਿੱਖ ਲੈਂਦਾ। ਤੇ ਜੇ ਮਾਤਾ ਪਿਤਾ ਇੱਕੋ ਬੋਲੀ ਬੋਲਦੇ ਨੇ ਤਾਂ ਇੱਕੋ ਬੋਲੀ ਸਿੱਖਦਾ, ਕਿਉਂਕਿ ਉਹ ਸਭ ਲੈ ਰਿਹਾ ਜੀ। ਤੇ ਜਿਉਂ-ਜਿਉਂ ਸ਼ਬਦ ਆਉਂਦੇ ਨੇ, ਤੇ ਸਾਨੂੰ ਇਹ ਕੋਈ ਨਹੀਂ ਦੱਸਦਾ ਕਿ ਸ਼ਬਦ ਜਿਹੜੇ ਨੇ ਇਹ ਵੀ ਊਰਜਾ ਹੈ। ਅਜੇ ਤੱਕ ਤੇ ਉਹ ਖਾਲੀ ਊਰਜਾ ਤੇ ਕੰਮ ਕਰ ਰਿਹਾ ਸੀ, ਹੁਣ ਇਹ ਉਹਨੂੰ ਨਹੀਂ ਪਤਾ ਕਿ ਸ਼ਬਦਾਂ ਦੀ ਵੀ ਊਰਜਾ ਹੈ। ਹਰ ਇੱਕ ਸ਼ਬਦ ਜੋ ਅਸੀਂ ਬੋਲਨੇ ਆ ਉਹ ਸਾਡੀ ਊਰਜਾ ਬ੍ਰਹਿਮੰਡ 'ਚ ਲੈ ਕੇ ਜਾਂਦਾ ਹੈ, ਤੇ ਫਿਰ ਉਹ ਵਾਪਿਸ ਆਉਂਦੀ ਹੈ ਸਾਡੇ ਕੋਲ। ਤੇ ਇਸ ਵਾਸਤੇ ਬੁੱਧੀਮਾਨੀ ਨਾਲ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ। ਅਗਰ ਪਰਮਾਤਮਾ ਦਾ ਨਾਮ ਲੈਣੇ ਦਾ, ਰਾਮ ਕਹਿਣ ਦਾ, ਜਾਂ ਓਮ ਕਹਿਣ ਦਾ, ਜਾਂ ਵਾਹਿਗੁਰੂ ਕਹਿਣ ਨਾਲ ਸਾਡੀ ਵਾਈਬ੍ਰੇਸ਼ਨ ਵੱਧਦੀ ਹੈ, ਤੇ ਕੀ ਜੇ ਅਸੀਂ ਗਲਤ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਾਂ ਤੇ ਘਟਦੀ ਨਹੀਂ? ਮੇਰਾ ਜੋ ਨਾਮ ਹੈ, ਮੇਰੇ ਨਾਮ ਦੀ ਇੱਕ ਊਰਜਾ ਹੈ, ਮੈਂ ਕਿਧਰੇ ਬਾਅਦ ਚੋਂ ਪਹੁੰਚਾਂਗੀ, ਮੇਰਾ ਨਾਮ ਪਹਿਲੇ ਪਹੁੰਚ ਜਾਏਗਾ, ਉਹਦੀ ਊਰਜਾ ਪਹਿਲੇ ਪਹੁੰਚ ਜਾਏਗੀ। ਇਹ ਸ਼ਬਦਾਂ ਦੀ ਊਰਜਾ ਹੈ।
ਤੇ ਸਾਨੂੰ ਕੋਈ ਇਹ ਸਮਝਾਉਂਦਾ ਨਹੀਂ, ਸਿਖਾਉਂਦਾ ਨਹੀਂ ਕਿ ਕਿਹੜੇ ਸ਼ਬਦ ਕਿਸ ਤਰ੍ਹਾਂ ਦੇ ਕਿੱਥੇ ਇਸਤੇਮਾਲ ਕਰਨੇ ਨੇ। ਜਦ ਅਸੀਂ ਸਭ ਕੁਝ ਸਿੱਖ ਲੈਂਦੇ ਹਾਂ ਫਿਰ ਸਾਨੂੰ ਕਹਿੰਦੇ ਨੇ ਕਿ ਠੀਕ ਤਰ੍ਹਾਂ ਬੋਲੋ, ਲੇਕਿਨ ਉਹ ਤੇ ਸਭ ਕੁਝ ਸਿੱਖ ਲਿਆ ਨਾ, ਗਲਤ ਕਿਸ ਤਰ੍ਹਾਂ ਉਹ ਸਭ ਸਿੱਖ ਲਿਆ। ਹੁਣ ਤੁਸੀਂ ਦੇਖੋ ਬੱਚੇ ਜਿਸ ਤਰ੍ਹਾਂ ਦੇ ਮਾਤਾ ਪਿਤਾ ਬੋਲੀ ਯੂਜ਼ ਕਰਦੇ ਨੇ, ਅਗਰ ਮਾਤਾ ਪਿਤਾ ਗਲਤ ਸ਼ਬਦਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਨੇ, ਗਾਲੀ ਗਲੋਚ ਜਿਨ੍ਹਾਂ ਦੇ ਘਰਾਂ ਜ਼ਿਆਦਾ ਹੁੰਦਾ, ਬੱਚਾ ਛੋਟੀ ਉਮਰ 'ਚ ਗਾਲਾਂ ਕੱਢਣ ਲੱਗ ਜਾਂਦਾ। ਔਰ ਜਿਨ੍ਹਾਂ ਘਰਾਂ ਵਿੱਚ ਕੋਈ ਗਾਲੀ ਗਲੋਚ ਦਾ ਮਾਹੌਲ ਹੀ ਨਹੀਂ ਹੈ, ਬੱਚੇ ਨੂੰ ਪਤਾ ਹੀ ਨਹੀਂ ਗਾਲੀ ਕੀ ਹੁੰਦੀ ਹੈ, ਬੱਚਾ ਹੈਰਾਨ ਹੁੰਦਾ ਕਿ ਕੀ ਬੋਲ ਰਹੇ ਨੇ। ਤੇ ਹਰ ਇੱਕ ਸ਼ਬਦ ਦੀ ਆਪਣੀ ਊਰਜਾ ਹੈ, ਤੇ ਸ਼ਬਦਾਂ ਦਾ ਜੋ ਇਸਤੇਮਾਲ ਹੈ ਉਹ ਸੰਸਾਰ ਚਲਾਉਣ ਲਈ ਕਰਨਾ, ਕਿਉਂਕਿ ਸੰਸਾਰ ਵਿੱਚ ਤਾਰਕਿਕ ਮਨ ਦੀ ਜ਼ਰੂਰਤ ਹੈ, ਆਲੋਚਨਾਤਮਕ ਮਨ ਦੀ ਜ਼ਰੂਰਤ ਹੈ, ਸੰਸਾਰ ਚਲਾਉਣ ਲਈ ਸ਼ਬਦਾਂ ਦੀ ਜ਼ਰੂਰਤ ਹੈ। ਸ਼ਬਦ ਆ ਗਏ ਹੁਣ ਬੱਚੇ ਨੂੰ, ਲੇਕਿਨ ਬੱਚੇ ਨੂੰ ਇਹ ਨਹੀਂ ਪਤਾ ਕਿ ਸ਼ਬਦ ਜਿੱਥੇ ਜ਼ਰੂਰਤ ਹੈ ਉੱਥੇ ਇਸਤੇਮਾਲ ਕਰਨੇ, ਜਿੱਥੇ ਜ਼ਰੂਰਤ ਨਹੀਂ ਉੱਥੇ ਬੋਲਣ ਦੀ ਲੋੜ ਹੀ ਨਹੀਂ ਹੈ। ਲੇਕਿਨ ਇੱਕ ਵਾਰੀ ਬੋਲਣਾ ਸ਼ੁਰੂ ਕਰਦੇ ਆ ਤੇ ਫਿਰ ਚੁੱਪ ਕਰਨ ਦਾ ਪਤਾ ਹੀ ਨਹੀਂ, ਫਿਰ ਸਾਰੀ ਜ਼ਿੰਦਗੀ ਬੋਲਦੇ ਚਲੇ ਜਾਂਦੇ ਆ, ਫਿਰ ਚੁੱਪ ਹੁੰਦਾ ਹੀ ਨਹੀਂ। ਤੇ ਅਧਿਆਤਮ ਦੀ ਸਾਰੀ ਸਾਧਨਾ ਹੈ ਕਿ ਮਨ ਚੁੱਪ ਕਰ ਜਾਏ, ਪਰ ਅਸੀਂ ਉਹਨੂੰ ਇੰਨੀ ਟ੍ਰੇਨਿੰਗ ਦੇ ਲੈਂਦੇ ਆ ਬੋਲਣ ਦੀ ਕਿ ਉਹ ਚੁੱਪ ਕਰਦਾ ਹੀ ਨਹੀਂ। ਅਸੀਂ ਸੋ ਜਾਈਏ ਤਾਂ ਵੀ ਉਹ ਬੋਲਦਾ ਰਹਿੰਦਾ ਹੈ, ਅਸੀਂ ਗੁਰਦੁਆਰੇ ਜਾਈਏ ਤਾਂ ਵੀ ਉਹ ਬੋਲਦਾ ਰਹਿੰਦਾ ਹੈ, ਅਸੀਂ ਪਾਠ ਕਰੀਏ ਤਾਂ ਆਪਣੀ ਉਹ ਕਹਾਣੀ ਗਾਉਂਦਾ ਰਹਿੰਦਾ ਹੈ। ਤੇ ਸਾਨੂੰ ਮਨ ਨੂੰ ਚੁੱਪ ਕਰਾਉਣਾ ਆਉਂਦਾ ਹੀ ਨਹੀਂ। ਤੇ ਫਿਰ ਹੁਣ ਮਨ ਨੂੰ ਚੁੱਪ ਕਰਾਉਣ ਦਾ ਜਿਨ੍ਹਾਂ ਨੂੰ ਵਿਚਾਰ ਆਇਆ, ਸਾਧਨਾ ਕਰਨ ਦਾ ਜਿਨ੍ਹਾਂ ਨੂੰ ਵਿਚਾਰ ਆਇਆ, ਉਹਨਾਂ ਨੇ ਫਿਰ ਪਰਤ ਕੇ ਪਿੱਛੇ ਦੇਖਿਆ ਕਿ ਪਹਿਲੇ ਕੀ ਸੀ, ਫਿਰ ਕੀ ਆਇਆ, ਹੁਣ ਪਹਿਲੀ ਸਥਿਤੀ ਵਿੱਚ ਜਾਣਾ ਤੇ ਕੀ ਚਾਹੀਦਾ। ਤੇ ਉਹਨਾਂ ਨੂੰ ਇਹ ਸਮਝ ਆਈ ਕਿ ਗਰਭ ਵਿੱਚ ਜਿਸ ਵੇਲੇ ਸਿਰਜਣ ਹੋਇਆ ਸਰੀਰ ਦਾ, ਆਤਮਾ ਨੇ ਪ੍ਰਵੇਸ਼ ਕੀਤਾ, ਉਹ ਗਰਭ ਦੀ ਸਥਿਤੀ ਜਿਹੜੀ ਸੀ ਉਹ ਜੀ ਸਥਿਤੀ ਦੁਬਾਰਾ ਬਣਾਈ ਜਾਏ। ਤੇ ਐਸੇ ਵਾਸਤੇ ਰਿਸ਼ੀ ਮੁਨੀ ਜਿਹੜੇ ਸੀ ਉਹ ਗੁਫਾਵਾਂ ਵਿੱਚ ਪਹਾੜਾਂ ਦੀਆਂ ਕੰਦਰਾਂ 'ਚ ਚਲੇ ਗਏ, ਕਿਉਂਕਿ ਉਹ ਜ਼ਮੀਨ 'ਚ ਗੱਡਾ ਖੋਦ ਕੇ ਬਹਿ ਕੇ ਉਹਨਾਂ ਨੇ ਸਾਧਨਾ ਕਰਨੀ ਸ਼ੁਰੂ ਕੀਤੀ, ਕਿਉਂਕਿ ਉਹਨਾਂ ਨੂੰ ਗਰਭ ਦੀ ਇੱਕ ਅਨੁਭਵ ਕਰਾਂਦਾ ਹੈ, ਗਰਭ ਜੈਸੀ ਉਹਨਾਂ ਨੂੰ ਉਹ ਮਹਿਸੂਸ ਹੁੰਦੀ ਹੈ ਅਵਸਥਾ। ਤੇ ਉਹਨਾਂ ਨੇ ਉਹ ਗੁਫਾਵਾਂ ਵਿੱਚ ਜਾ ਕੇ ਜ਼ਮੀਨ ਦੇ ਅੰਦਰ ਗੱਡਾ ਖੋਦ ਕੇ ਬਹਿ ਕੇ ਸਾਧਨਾ ਕਰਨੀ ਸ਼ੁਰੂ ਕੀਤੀ। ਹੁਣ ਉਹਨਾਂ ਨੇ ਇਹ ਦੇਖਿਆ ਕਿ ਉਸ ਵੇਲੇ ਜੋ ਬੱਚਾ ਹੈ ਉਹ ਨੋ ਮਾਈਂਡ ਸਟੇਟ ਵਿੱਚ ਹੈ, ਕਿਉਂਕਿ ਉਹਦੇ ਕੋਲ ਸ਼ਬਦ ਨਹੀਂ ਨੇ, ਮਨ ਨਹੀਂ ਹੈ, ਮਨ ਅਜੇ ਸੁੱਤਾ ਹੋਇਆ, ਲੇਕਿਨ ਉਹ ਸਮਾਧੀ ਸਥਿਤੀ ਵਿੱਚ ਹੈ। ਉਹ ਜਿਹੜਾ ਮਨ ਸੁੱਤਾ ਹੋਇਆ ਉਹਨੂੰ, ਮਨ ਨੂੰ ਹੁਣ ਦੁਬਾਰਾ ਕਿਸ ਤਰ੍ਹਾਂ ਸੁਆਣਾ ਹੈ ਤਾਂ ਕਿ ਦੁਬਾਰਾ ਵਾਪਿਸ ਉਸੇ ਸਥਿਤੀ 'ਚ ਪਹੁੰਚ ਜਾਏ। ਔਰ ਗਹਿਨ ਅੰਧਕਾਰ, ਕਿਉਂਕਿ ਅੰਧਕਾਰ ਵਿੱਚ ਹੀ ਸਿਰਜਣ ਹੁੰਦਾ ਹੈ। ਕੋਈ ਬੀਜ ਅਗਰ ਅਸੀਂ ਧਰਤੀ ਤੇ ਪਾਉਂਦੇ ਆ ਤੇ ਉਹਨੂੰ ਖੁੱਲਾ ਛੱਡ ਦੇਈਏ ਤਾਂ ਉਹ ਬੀਜ ਕਦੀ ਉਗਦਾ ਨਹੀਂ, ਉਹਨੂੰ ਕੱਜਣਾ ਹੀ ਪੈਂਦਾ ਹੈ। ਐਸੇ ਵਾਸਤੇ ਅਮਾਵਸਿਆ ਦਾ, ਮੱਸਿਆ ਦਾ ਜੋ ਸੰਤ ਨੇ ਉਹ ਪੂਰਨਿਮਾ ਤੇ ਅਮਾਵਸਿਆ ਦੀ ਜਿਹੜੀ ਊਰਜਾ ਹੈ ਉਹਦਾ ਬਹੁਤ ਇਸਤੇਮਾਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਮਾਵਸਿਆ ਵਾਲੇ ਦਿਨ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ, ਨਵੇਂ ਬੀਜ ਮਨ 'ਚ ਪਾਏ ਜਾ ਸਕਦੇ ਨੇ, ਕਿਉਂਕਿ ਅੰਧਕਾਰ ਹੈ ਪੂਰਾ। ਤੇ ਜਿਹੜੇ ਬੀਜ ਪਾਤੇ ਉਹ ਢੱਕ ਜਾਣਗੇ ਅੰਧਕਾਰ ਨਾਲ, ਤੇ ਫਿਰ ਉਹ ਆਪੇ ਪੁੰਗਰ ਜਾਣਗੇ। ਤੇ ਉਹਨਾਂ ਨੇ ਵਾਪਸ ਉਸ ਸਥਿਤੀ ਨੂੰ ਪਾਉਣ ਲਈ ਉਸੇ ਤਰ੍ਹਾਂ ਦਾ ਮਾਹੌਲ ਬਣਾਇਆ ਬਾਹਰ, ਕਿ ਉਸ ਵੇਲੇ ਤੇ ਅਵਚੇਤਨ ਰੂਪ ਵਿੱਚ ਉਹ ਮਾਹੌਲ ਮਿਲਿਆ ਸੀ ਬੱਚੇ ਨੂੰ, ਲੇਕਿਨ ਹੁਣ ਸਚੇਤਨ ਹੋ ਕੇ ਵਾਪਸ ਆਪਣੇ ਮਨ ਨੂੰ ਉਸੇ ਸੁਸ਼ੁਪਤੀ ਅਵਸਥਾ ਵਿੱਚ ਲੈ ਕੇ ਜਾਣਾ, ਜਿੱਥੇ ਚੁੱਪ ਕਰਕੇ ਬੈਠਾ ਰਹੇ, ਬੋਲੇ ਨਹੀਂ ਜਾਂਦਾ, ਜਿਹਨੂੰ ਅੱਜ ਦੀ ਭਾਸ਼ਾ 'ਚ ਅਸੀਂ ਕਹੀ ਕਿ ਫਲਾਈਟ ਮੋਡ ਤੇ ਪਾ ਦੋ ਫੋਨ ਨੂੰ, ਜਿਸ ਤਰ੍ਹਾਂ ਅਸੀਂ ਫਲਾਈਟ ਮੋਡ ਤੇ ਪਾ ਦਿੰਦੇ ਹਾਂ। ਤੇ ਯੋਗੀ ਹਮੇਸ਼ਾ ਆਪਣੇ ਮਨ ਨੂੰ ਫਲਾਈਟ ਮੋਡ 'ਚ ਰੱਖਣਾ ਚਾਹੁੰਦਾ ਹੈ ਤਾਂ ਕਿ ਉਹਦੀ ਊਰਜਾ ਬਚੇ, ਉਹ ਪਰਮਾਤਮਾ ਦੇ ਸੰਦੇਸ਼ ਸੁਣ ਸਕੇ, ਖਾਲੀ ਮਨ ਨੂੰ ਹੀ ਨਾ ਸੁਣਦਾ ਰਹੇ। ਤੇ ਮਨ ਨੂੰ ਵਾਪਸ ਉਹ ਸੁਸ਼ੁਪਤੀ ਅਵਸਥਾ 'ਚ ਲੈ ਜਾਣਾ ਚਾਹੁੰਦਾ ਹੈ, ਕਿਉਂਕਿ ਉਹ ਜਿਹੜੀ ਗਰਭ ਦੀ ਅਵਸਥਾ ਸੀ ਉਹ ਅਵਚੇਤਨ ਸਮਾਧੀ ਸੀ। ਉਸ ਵੇਲੇ ਬੱਚੇ ਨੂੰ ਕੁਝ ਪਤਾ ਨਹੀਂ ਮੇਰੀ ਸਮਾਧੀ ਲੱਗੀ ਹੋਈ ਹੈ, ਉਸ ਵੇਲੇ ਉਹਦੇ ਕੋਲ ਕੋਈ ਸ਼ਬਦ ਨਹੀਂ ਨੇ, ਲੇਕਿਨ ਕਹਿੰਦੇ ਨੇ ਕਿ ਉਸ ਵੇਲੇ ਬੱਚਾ ਪੁਕਾਰ ਕਰਦਾ ਪਰਮਾਤਮਾ ਦੇ ਅੱਗੇ ਕਿ ਮੈਨੂੰ ਇੱਕ ਵਾਰੀ ਕੱਢ, ਤੇ ਉਹਦੇ ਕੋਲ ਤੇ ਸ਼ਬਦ ਹੀ ਨਹੀਂ ਨੇ, ਪੁਕਾਰ ਕਿਸ ਤਰ੍ਹਾਂ ਕਰਦਾ ਹੈ। ਕਹਿੰਦੇ ਨੇ ਬੱਚੇ ਦੀ ਲਿਵ ਜੁੜੀ ਹੋਈ ਹੈ ਪਰਮਾਤਮਾ ਨਾਲ ਉਸ ਵੇਲੇ। ਉਹ ਲਿਵ ਕੀ ਹੈ? ਊਰਜਾ ਹੈ ਜਿਹਦੇ ਨਾਲ ਉਹ ਤਾਰ ਜੁੜੀ ਹੈ ਉਹਦੀ ਪਰਮਾਤਮਾ ਨਾਲ, ਤੇ ਉਹਦੇ 'ਚ ਕਰੰਟ ਪਾਸ ਹੋ ਰਿਹਾ ਪਰਮਾਤਮਾ ਦਾ, ਊਰਜਾ ਆ ਰਹੀ ਪਰਮਾਤਮਾ ਦੀ। ਲੇਕਿਨ ਬੱਚੇ ਨੂੰ ਇਹ ਨਹੀਂ ਪਤਾ ਮੇਰੀ ਸਮਾਧੀ ਸਥਿਤੀ ਹੈ। ਤੇ ਯੋਗੀ ਵਾਪਸ ਉਸੇ ਸਥਿਤੀ ਵਿੱਚ ਜਾਣ ਲਈ ਵੈਸਾ ਹੀ ਮਾਹੌਲ ਬਣਾਉਂਦੇ ਨੇ ਕਿ ਸਾਡਾ ਮਨ ਜਿਹੜਾ ਹੈ ਉਹ ਸੁਸ਼ੁਪਤੀ ਅਵਸਥਾ ਵਿੱਚ ਰਹੇ ਤੇ ਅਸੀਂ ਪਰਮਾਤਮਾ ਨਾਲ ਹਮੇਸ਼ਾ ਜੁੜੇ ਰਹੀਏ। ਉਹ ਜਿਹੜੀ ਲਿਵ ਉੱਥੇ ਟੁੱਟੀ ਹੈ ਜਨਮ ਲੈਣ ਦੇ ਟਾਈਮ,
वापस वो लिव जुड़ जाए परमात्मा नाल। ओदे लई सारी साधना सारी मेहनत है कि मन चुप करे। ऐसे लिए जीसस ने क्या कि फिर दोबारा बच्चे बन जाओ, यानी कि छोटे हो जाना सी नहीं, मन जेड़ा वो बच्चे बच्चे वाला मन हो जाए। बच्चे दा मन की है, ओदे कोल कोई भविख नहीं है, कोई ओदे कोल भूतकाल नहीं है, वर्तमान विच है बच्चा। ते वर्तमान विच सानू रहना ही नहीं आंदा। बचपन तो बाहर आए, वर्तमान तो भी बाहर आ गए। मन नू वापस वर्तमान विच लै आन लई ये सारी साधना है, क्योंकि मन भज रहा बहुत ज्यादा अगे ते पिछे। एनू वापस वर्तमान च लियान लई वापस श्वासां नाल जुड़ना। वो जिहड़ी लिव जुड़ी सी वापस वो लिव जोड़नी है जिहड़ी टुटी है। ते जोड़नी किस तरह है? हुण शब्द ते सी नहीं उत्थे, ते हुण भी सानू शब्दां तो निशब्द होना ही पएगा। शब्दां नू पकड़ी रखांगे ते नहीं जुड़ेगी लिव। और जिहदी शब्दां दा अभ्यास करदे करदे लिव जुड़ गई वो निशब्द हो जाएगा। फिर ਉਹਦੇ ਕੋਲ शब्द खत्म हो जाते। ऐसे वास्ते सारे संतां ने भगतां ने कहा कि जो असी कह रहे हैं परमात्मा के बारे च कहा ही नहीं जा सकता शब्दां विच। असी कोशिश की कहण दी, कहा नहीं जा सकता शब्दां विच, वो आंदा ही नहीं शब्दां विच। जिस वेले कोई गुरु शिष्य नू ज्ञान दिंदे सी, मेर दी नजर असी कहने आ, अमृत दृष्ट कहने आ, अमृत दृष्ट नाल ज्ञान मिल जांदा सी, शब्दां नाल नहीं सी मिलदा। शब्दां नाल ते सवाल जवाब हुंदे ने। कोई साडा प्रश्न असीं पुछीए ते ओहदा सानू समाधान दिंदे ने। लेकिन जिन्नू भी ज्ञान मिलता है वो मेर दी दृष्ट नाल मिलता है, तो ओहदे शब्द नहीं होंदे, वो निशब्द अवस्था ही है। जो भी मिलता है निशब्द अवस्था विच भी मिलता है। जबकि मैं जेड़े भी जिन्हां संतां दा संग कीता, ब्रह्म ज्ञानियां दा संग कीता, और ऐ नहीं कि थोड़े दिन संग कीता, मैं अगर अपनी जिंदगी देखा तो मेरा जन्म ही उस वेले होया जिस वेले मेरी दादी नू ब्रह्म ज्ञान मिलिया सी। ते वो सब कुछ अपने आप ही अंदर जाता गया। जिस तरह मैं हुण तुहानू दस रही हूं कि बच्चा सब कुछ उस वेले लै लैंदा है, तो पता नहीं मैं की उस वेले उन्हां कोलों लै लिया, ते ਉਹ ਹੁਣ ਆਪਣੇ ਆਪ ਹੀ ਅੰਦਰੋਂ ਸਮਝ ਆਣ ਲੱਗੀ। ਔਰ ਫਿਰ ਮੈਂ ਆਪਣੀ ਜ਼ਿੰਦਗੀ ਦੇ 30 ਸਾਲ ਉਹਨਾਂ ਨਾਲ ਰਹਿ ਕੇ ਸੇਵਾ ਵਿੱਚ ਬਿਤਾਏ। ਹੋਰ ਵੀ ਸੰਤਾਂ ਦੀ ਸੇਵਾ ਕੀਤੀ, ਗੁਰੂ ਵੀ ਸੀ ਸਾਡੇ। ਤੇ ਉਹ ਜਿਹੜੇ ਅਨੁਭਵ ਹੁੰਦੇ ਸੀ ਉਸ ਟਾਈਮ, ਉਹਨਾਂ ਨੂੰ ਜੋ ਅਨੁਭਵ ਹੁੰਦੇ ਸੀ, ਜੋ ਅਸੀਂ ਦੇਖਦੇ ਸੀ, ਜੋ ਸਾਨੂੰ ਉਹ ਪਤਾ ਚੱਲਦਾ ਸੀ, ਤੇ ਉਹ ਸ਼ਬਦ ਹੈ ਨਹੀਂ ਉੱਥੇ। मेरे दादी जी पाठ पूजा करते सी, सिमरन करते सी, माला फेरते सी, लेकिन वो कहते कि फिर एक ऐसी अवस्था आती सब कुछ छुट जाता है, निशब्द हो जाते हैं। फिर समय तो पार चले जाते हैं, शरीर तो पार चले जाते हैं, शब्दों तो पार चले जाते हैं, मन तो पार चले जाते हैं, संसार तो पार चले जाते हैं। वो समाधि स्थिति नू फिर वो हासिल करते हैं। तो वो समाधि स्थिति भी शब्द है नहीं। ये यात्रा है शब्द तो निशब्द दी। निशब्द तो शब्दां विच आए, हुण शब्द तो निशब्द विच जाना। फिर ए गंगा वापस गंगोत्री की तरफ जा रही है, अपने स्रोत की तरफ जा रही वापस। हुण असी अगर मान लो इथों बॉम्बे जाना है, तो फिर बॉम्बे तो दिल्ली आना है, तो वापस दिल्ली की यात्रा करनी ना। तो वही जिस तरह असी उत्थे गए हाँ, इधरों गए हाँ, ਤੇ ਜਿਹੜੇ ਸਟੇਸ਼ਨ ਆਏ ਵਾਪਸੀ ਫਿਰ ਉਧਰੋਂ ਮੁੜਨਾ, ਤੇ ਇੱਧਰ ਦੂਜੇ ਉਹ ਵਾਪਸੀ ਦੇ ਸਟੇਸ਼ਨ ਆ ਜਾਣਗੇ, ਲੇਕਿਨ ਆਣਗੇ ਤਾਂ ਉਹੀ ਸਟੇਸ਼ਨ ਹੈ, ਤੇ ਵਾਪਸ ਦਿੱਲੀ ਪਹੁੰਚਣਾ। ਹੁਣ ਜਿਹੜੀ ਯਾਤਰਾ ਹੋਈ ਸ਼ੁਰੂ ਨਿਸ਼ਬਦ ਤੋਂ ਏ, ਉਹ ਸ਼ਬਦ ਵਿੱਚ ਖਤਮ ਕਿਸ ਤਰ੍ਹਾਂ ਹੋਏਗੀ? ਉਹ ਸ਼ਬਦ ਵਿੱਚ ਖਤਮ ਨਹੀਂ ਹੋਏਗੀ, ਨਿਸ਼ਬਦ ਵਿੱਚ ਹੀ ਖਤਮ ਹੋਏਗੀ, ਕਿਉਂਕਿ ਸੋਰਸ ਨਿਸ਼ਬਦ ਹੈ। ਤੇ ਜਿਉਂ-ਜਿਉਂ ਅਸੀਂ ਪ੍ਰਾਣ ਊਰਜਾ ਨੂੰ ਮਹਿਸੂਸ ਕਰਨੇ ਆ, ਸਵਾਸਾਂ ਨਾਲ ਇੱਕ ਹੁੰਨੇ ਆ, ਤੇ ਯਾਤਰਾ ਪ੍ਰਾਣ ਊਰਜਾ ਤੋਂ ਵਾਪਸ ਪ੍ਰਾਣ ਊਰਜਾ ਵਿੱਚ ਇੱਕ ਹੁੰਦੀ ਹੈ। शब्द पिछे छुट जाते ने, शब्द नहीं नाल रहिंदे। ते योगी वही कोशिश करता है हर वक्त। और गौतम बुद्ध जेड़े जिस वेले उन्हां नूं बोधि वृक्ष दे थल्ले ज्ञान होया, ते उन्हां दे मन च यही आया कि इन्नियां साधना कीतियां लेकिन वो चीज अवस्था नहीं बन रही। ते फिर उन्हां नूं यही याद आया कि मैं जिस वेले कुछ भी नहीं सी करदा, बचपन च मैनूं सब कुछ पता चलदा सी, सब कुछ दिसदा सी, मैनूं कोई चिंता नहीं सी, कोई फिकर नहीं सी, ते उस वेले ते मैं कुछ करदा ही नहीं सी। उस वेले ते खाली वर्तमान च रहिंदा सी, श्वास चल रहे सी, भुख लगी खा लिया, खेल लिया। ते वापस उस अवस्था विच किस तरह जावां? ते फिर ओही समझ आ, उस वेले खाली श्वास ही चल रहे सी, ते श्वासां नाल एक होए, ते वो अवस्था मिल गई, उससे राहत ही मिल गई। ते फिर जिस वेले उन्हां नूं ज्ञान हो गया, ते मौन हो गए बिल्कुल, क्योंकि मन ते चुप कर गया।
और ऐसियां बहुत साखियां ने जिथे गुरु साहब ने कहा कि जाओ चुप करके बह के आओ 2 घड़ी, ਤੇ ਮਨ ਹੀ ਤੇ ਚੁੱਪ ਨਹੀਂ ਕਰਦਾ, ਚੁੱਪ ਕਰ ਗਿਆ ਤੇ ਸਾਰਾ ਕੁਝ ਹੀ ਹੋ ਗਿਆ। ਤੇ ਜੇ ਚੁੱਪ ਕਰਾਉਣ ਲਈ ਕਿਉਂ ਕਿਹਾ, ਜੇ ਸ਼ਬਦ ਦੀ ਯਾਤਰਾ ਹੈ ਤੇ ਚੁੱਪ ਕਰਾਉਣ ਲਈ ਕਿਉਂ ਕਿਹਾ? ਸ਼ਬਦ ਦਾ ਸਹਾਰਾ ਲੈ ਕੇ ਨਿਸ਼ਬਦ ਹੋਣਾ ਹੈ, ਸ਼ਬਦ ਸਹਾਰਾ ਹੈ ਨਿਸ਼ਬਦ ਹੋਣ ਲਈ। ਅੱਜ ਵਿਗਿਆਨ ਇਹ ਕਹਿੰਦਾ ਹੈ ਕਿ ਜਨਮ ਤੋਂ ਲੈ ਕੇ 24 ਮਹੀਨੇ ਤੱਕ ਬੱਚਾ ਡੈਲਟਾ ਸਥਿਤੀ ਤੇ ਰਹਿੰਦਾ ਹੈ, ਜਿਹੜੇ ਵਿਚਾਰਾਂ ਦੀਆਂ 5 ਕੈਟੇਗਰੀਆਂ ਮੰਨੀਆਂ ਨੇ, ਡੈਲਟਾ, ਥੀਟਾ, ਅਲਫਾ, ਬੀਟਾ, ਗਾਮਾ। ਡੈਲਟਾ ਸਟੇਟ ਹੋਏ ਜਿਹਦੇ ਚ ਬਹੁਤ ਘੱਟ ਵਿਚਾਰ ਹੁੰਦੇ ਨੇ, 4-6 ਵਿਚਾਰ ਹੈ ਹੀ ਨਹੀਂ ਨਾ ਦੇ ਬਰਾਬਰ। ਬੱਚਾ ਹਮੇਸ਼ਾ ਉਸ ਨਿਰਵਿਚਾਰ ਸਥਿਤੀ ਚ ਰਹਿੰਦਾ ਹੈ। ਐਸੇ ਵਾਸਤੇ ਬੱਚਾ ਇੰਨਾ ਊਰਜਾਵਾਨ ਰਹਿੰਦਾ ਹੈ, ਕਿਉਂਕਿ ਵਿਚਾਰ ਤੇ ਊਰਜਾ ਖਾਂਦੇ ਨੇ ਤੇ ਵਿਚਾਰ ਤੇ ਹੈ ਨਹੀਂ, ਤੇ ਬੱਚਾ ਉਸ ਊਰਜਾ ਦੀ ਸਥਿਤੀ ਚ ਰਹਿੰਦਾ ਹੈ। ਫਿਰ 2 ਸਾਲ ਤੋਂ ਲੈ ਕੇ 6 ਸਾਲ ਤੱਕ ਉਹ ਥੀਟਾ ਸਥਿਤੀ ਚ ਰਹਿੰਦਾ ਹੈ। ਥੀਟਾ ਸਥਿਤੀ ਜਿਹਦਾ ਅਵਚੇਤਨ ਮਨ ਖੁੱਲਿਆ ਹੋਇਆ, ਸਭ ਕੁਝ ਲੈ ਰਿਹਾ ਉਹ ਅਜੇ ਅੰਦਰ ਲੈ ਰਿਹਾ, ਅਜੇ ਫਿਲਟਰ ਬਣਿਆ ਨਹੀਂ, ਅਜੇ ਮਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਕੰਮ ਕਰਨ ਲਈ। ਤੇ ਉਸ ਸਥਿਤੀ ਵਿੱਚ ਵੀ 10 ਤੋਂ 15-16 ਵਿਚਾਰ ਹੁੰਦੇ ਨੇ, ਥੋੜਾ ਸਮਝਣਾ ਸ਼ੁਰੂ ਕਰਦਾ ਹੈ। ਲੇਕਿਨ ਇਹ ਹੀਲਿੰਗ ਦੀ ਸਟੇਟ ਹੈ, ਇਹਦੇ ਚ ਬੱਚਾ ਬਹੁਤ ਰਿਲੈਕਸ ਰਹਿੰਦਾ ਹੈ, એનર્ਜੀ ਰਹਿੰਦੀ, ਤਾਂ ਹੀ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਕਿਉਂਕਿ ਵਿਚਾਰ ਨਹੀਂ ਨੇ ਉਹਨਾਂ ਕੋਲ, ਫालतू ਕੋਈ ਵਿਚਾਰ ਹੀ ਨਹੀਂ ਹੈ, ਖਾਣਾ ਪੀਣਾ ਸੋਣਾ ਖੇਡਣਾ ਬਸ ਹੋ ਗਿਆ। ਥੀਟਾ ਸਥਿਤੀ ਜਿਹੜੀ ਹੈ ਉਹ ਸਾਰੇ ਜਿਹੜੇ ਥੈਰੇਪਿਸਟ ਨੇ ਉਹਨਾਂ ਨੂੰ ਪਤਾ ਹੈ ਕਿ ਥੀਟਾ ਹੀਲਿੰਗ ਐਸੇ ਲਈ ਕਿਹਾ ਜਾਂਦਾ ਹੈ ਕਿ ਉਹ ਥੀਟਾ ਸਥਿਤੀ ਵਿੱਚ ਜਿਸ ਵੇਲੇ ਤੁਸੀਂ ਜਾਂਦੇ ਹੋ ਸਾਧਨਾ ਕਰਦੇ, ਧਿਆਨ ਕਰਦੇ ਜਾਂ ਕਿਸੇ ਹੋਰ ਵਿਧੀ ਨਾਲ, ਉਸ ਵੇਲੇ ਤੁਹਾਡੇ ਮਨ ਨੂੰ ਸੁਝਾਵ ਦਿੱਤਾ ਜਾ ਸਕਦਾ ਹੈ। ਫਿਰ ਉਹ ਮਨ ਉਸ ਸੁਝਾਵ ਤੇ ਕੰਮ ਕਰਦਾ ਹੈ, ਕਿਉਂਕਿ ਸਬਕੌਂਸ਼ੀਅਸ ਮਾਈਂਡ ਖੁੱਲ ਗਿਆ, ਚੇਤਨ ਮਨ, ਤੇ ਉਹ ਉਸ ਸੁਝਾਵ ਤੇ ਕੰਮ ਕਰਦਾ ਹੈ। ਫਿਰ ਆਂਦੀ ਅਲਫਾ ਸਥਿਤੀ 6 ਤੋਂ 12 ਸਾਲ ਦੀ ਉਮਰ ਵਿੱਚ, ਜਿੱਥੇ ਅਸੀਂ ਸਿੱਖਣਾ, ਪੜ੍ਹਨਾ, ਲਿਖਣਾ, ਬੋਲਣਾ ਸਭ ਸ਼ੁਰੂ ਕਰ ਦਿੰਦੇ ਆ। ਕਿਉਂ, ਕਿਸ ਤਰ੍ਹਾਂ, ਕਿੰਜ ਹੋਇਆ, ਸਭ ਸਵਾਲ ਕਰਨੇ ਸ਼ੁਰੂ ਕਰਨੇ ਆ। ਹੁਣ ਮਨ ਜਿਹੜਾ ਹੈ ਉਹ ਆਪਣੇ ਪੂਰੇ ਉਹਦੇ ਵਿੱਚ ਆਉਣ ਲੱਗ ਗਿਆ। ਤੇ ਅਲਫਾ ਸਥਿਤੀ ਹੈ ਕਿ ਜਿੱਥੇ ਸੰਸਾਰੀ ਕੰਮ ਅਸੀਂ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਲਿਖ ਰਹੇ ਹਾਂ, ਦੌੜ ਰਹੇ ਹਾਂ, ਕੂਦ ਰਹੇ ਹਾਂ, ਤੇ ਵਿਚਾਰ ਥੋੜੇ ਜ਼ਿਆਦਾ ਹੋ ਗਏ ਪਹਿਲੇ ਨਾਲੋਂ, ਥੀਟਾ ਸਥਿਤੀ ਨਾਲੋਂ ਜ਼ਿਆਦਾ ਹੋ ਗਏ। ਜਿਸ ਵੇਲੇ ਅਸੀਂ ਕੋਈ ਗਣਿਤ ਦਾ ਕੰਮ ਕਰ ਰਹੇ ਹਾਂ, ਕਿਸੇ ਪ੍ਰੋਜੈਕਟ ਦੇ ਕੰਮ ਕਰ ਰਹੇ ਹਾਂ, ਵਿਚਾਰ ਸਾਡੇ ਚੱਲ ਰਹੇ ਨੇ, ਤੇ ਉਹ ਜਿਹੜੀ ਸਥਿਤੀ ਉਹਦੇ ਵਿੱਚ ਸਾਡੇ ਵਿਚਾਰ 26-30 ਵਿਚਾਰ ਹੋ ਜਾਂਦੇ ਨੇ। ਫਿਰ 12 ਸਾਲ ਤੋਂ ਬਾਅਦ, 12 ਸਾਲ ਦੀ ਉਮਰ ਤੋਂ ਲੈ ਕੇ ਟੀਨੇਜ ਆਂਦੀ ਤੇ ਬੀਟਾ ਸਥਿਤੀ ਆ ਜਾਂਦੀ, ਹੋਰ ਜ਼ਿਆਦਾ ਪੜ੍ਹਾਈ ਦਾ ਜ਼ੋਰ, ਸਿੱਖਣ ਦਾ ਜ਼ੋਰ, ਕੰਪੀਟੀਸ਼ਨ, ਸਾਰੀਆਂ ਚੀਜ਼ਾਂ ਆਉਂਦੀਆਂ ਤੇ ਹੋਰ ਜ਼ਿਆਦਾ ਵਿਚਾਰ ਵੱਧ ਜਾਂਦੇ ਨੇ, ਬਹੁਤ ਵਿਚਾਰ ਵੱਧ ਜਾਂਦੇ ਨੇ। ਅਗਰ ਅਸੀਂ ਬੀਟਾ ਸਥਿਤੀ 'ਚ ਹਰ ਸਮੇਂ ਰਾਂਗੇ ਤੇ ਅਸੀਂ ਬਿਮਾਰ ਹੋ ਜਾਵਾਂਗੇ। ਅੱਜ ਬਿਮਾਰੀਆਂ ਦਾ ਕਾਰਨ ਹੈ ਕਿ ਬੰਦੇ ਨੂੰ ਮਨ ਨੂੰ ਚੁੱਪ ਕਰਾਣਾ ਆਂਦਾ ਨਹੀਂ, ਸ਼ਾਂਤ ਕਰਾਣਾ ਆਂਦਾ ਨਹੀਂ, ਵਿਚਾਰਾਂ ਤੋਂ ਪਰੇ ਹੋਣਾ ਆਂਦਾ ਹੀ ਨਹੀਂ, ਕਿਉਂਕਿ ਕਿਸੇ ਨੇ ਸਿਖਾਇਆ ਨਹੀਂ, ਤੇ ਇਹੀ ਬਿਮਾਰੀ ਦਾ ਕਾਰਨ ਹੈ। ਔਰ ਨੀਂਦ ਵਿੱਚ ਇਹ ਚਾਰੋਂ ਅਵਸਥਾ ਆਉਂਦੀਆਂ ਨੇ। ਅਗਰ ਨੀਂਦ ਵਿੱਚ ਥੀਟਾ ਸਟੇਟ ਜਾਂ ਡੈਲਟਾ ਸਟੇਟ ਨਾ ਆਏ ਤੇ ਫਿਰ ਅਸੀਂ ਠੀਕ ਨਹੀਂ ਹੋ ਸਕਦੇ, ਬਿਮਾਰ ਹੋ ਜਾਵਾਂਗੇ ਬਹੁਤ ਜਲਦੀ। ਤਾਂ ਹੀ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਕਿ ਮਨ ਜਿਹੜਾ ਹੈ ਉਹ ਚੁੱਪ ਕਰੇ। ਮਨ ਤੇ ਸੁਪਨੇ ਵਿੱਚ ਵੀ ਚੁੱਪ ਨਹੀਂ ਕਰ ਰਿਹਾ, ਨੀਂਦ ਵਿੱਚ ਵੀ ਚੁੱਪ ਨਹੀਂ ਕਰ ਰਿਹਾ, ਬੋਲੀ ਜਾ ਰਿਹਾ, ਤਾਂ ਹੀ ਤੇ ਬਿਮਾਰ। ਤੇ ਫਿਰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਹੀ ਕਿਹਾ ਜਾਂਦਾ ਹੈ ਕਿ ਧਿਆਨ ਕਰਕੇ ਸੋਵੋ ਤਾਂ ਕਿ ਤੁਹਾਡਾ ਮਨ ਸ਼ਾਂਤ ਹੋਵੇ, ਤੇ ਫਿਰ ਸ਼ਾਂਤ ਹੋਵੋਗੇ ਤੇ ਮਨ ਜਿਹੜਾ ਤੰਦਰੁਸਤ ਰਹੇਗਾ, ਤੇ ਆਪਣੇ ਆਪ ਰਾਤੀ ਸਾਰਾ ਜੋ ਸਰੀਰ ਦਾ ਕੰਮ ਹੈ ਉਹ ਸਹੀ ਚੱਲੇਗਾ। ਗਾਮਾ ਸਥਿਤੀ ਜਿਹੜੀ ਹੈ ਉਹ ਯੋਗੀਆਂ ਦੀ ਸਥਿਤੀ ਹੁੰਦੀ ਹੈ, ਉਹਦੇ ਚ ਤੇ ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਈ ਬ੍ਰਹਿਮੰਡ ਦਾ ਗਿਆਨ ਉਹਨਾਂ ਤੇ ਉਤਰਨਾ ਸ਼ੁਰੂ ਹੋ ਜਾਂਦਾ ਹੈ, ਉਹ ਅਲੱਗ ਸਥਿਤੀ ਹੈ। ਸਾਡੇ ਲਈ ਇਹ 4 ਜਾਨਣਾ ਬਹੁਤ ਜ਼ਰੂਰੀ ਹੈ। ਸਾਇੰਸ ਇਹ ਕਹਿੰਦੀ ਹੈ ਕਿ ਇੱਕ ਬੰਦਾ 60,000 ਵਿਚਾਰ ਸੋਚਦਾ, ਤੇ ਸੋਚੋ ਅਗਰ ਬੀਟਾ ਸਥਿਤੀ ਵਿੱਚ ਸਾਡੇ 40 ਵਿਚਾਰ ਆਉਂਦੇ ਨੇ ਤੇ 60,000 ਕਿਹੜੀ ਸਥਿਤੀ ਹੋ ਗਈ ਸਾਡੀ, ਤੇ ਇਸ ਤੋਂ ਪਾਗਲ ਹੋ ਹੀ ਜਾਵਾਂਗੇ ਆਪੇ। ਤੇ ਨੀਂਦ ਜਿਹੜੀ ਹੈ ਪ੍ਰਕਿਰਤੀ ਮਾਂ ਰੋਜ਼ ਸਾਨੂੰ ਥੀਟਾ ਡੈਲਟਾ ਸਥਿਤੀ ਤੇ ਲੈ ਕੇ ਜਾਂਦੀ ਹੈ, ਲੇਕਿਨ ਅਗਰ ਅਸੀਂ ਟਾਈਮ ਸਿਰ ਸੋਵਾਂਗੇ ਤਾਂ। ਅੱਜ ਅਸੀਂ ਦਿਨੋਂ ਰਾਤ ਤੇ ਰਾਤ ਨੂੰ ਦਿਨ ਬਣਾ ਲਿਆ ਆਰਟੀਫਿਸ਼ਲ ਤਰੀਕਿਆਂ ਨਾਲ, ਕੋਈ ਸੌਣ ਜਾਗਣ ਦਾ ਟਾਈਮ ਨਹੀਂ ਹੈ, ਤੇ ਤਾਂ ਹੀ ਸਰੀਰ ਖਰਾਬ ਹੋ ਰਹੇ ਨੇ, ਕਿਉਂਕਿ ਉਹ ਪੂਰਾ ਸਰੀਰ ਦਾ ਸਿਸਟਮ ਵਿਗੜ ਗਿਆ। ਅਗਰ ਸਾਨੂੰ ਨੀਂਦ ਗਹਿਰੀ ਨਾ ਆਏ ਤੇ ਅਸੀਂ ਬਿਮਾਰ ਹੋ ਹੀ ਜਾਣਾ ਹੈ, ਤੇ ਬੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਔਰ ਜਿਹੜੀਆਂ ਨੀਂਦ ਦੀਆਂ ਦਵਾਈਆਂ ਖਾ ਰਹੇ ਆ ਉਹਨਾਂ ਨੇ ਹੋਰ ਬਿਮਾਰੀ ਕਰਨਾ ਹੈ, ਸਾਈਡ ਇਫੈਕਟ ਉਹਨਾਂ ਦੇ ਹੋ ਜਾਣਗੇ। ਇਸ ਲਈ ਵਿਚਾਰਾਂ ਤੋਂ ਪਰੇ ਹੋਣਾ ਆਣਾ ਚਾਹੀਦਾ ਹੈ। ਔਰ ਥੀਟਾ ਡੈਲਟਾ ਸਟੇਟ ਵਿੱਚ ਵਿਚਾਰ ਬਹੁਤ ਘੱਟ ਨੇ, ਹੈ ਹੀ ਨਾ ਦੇ ਬਰਾਬਰ ਨੇ।
ਤੇ ਐਸੇ ਲਈ ਇਹ ਜਿਹੜੀ ਯਾਤਰਾ ਹੈ ਸ਼ਬਦ ਤੋਂ ਨਿਸ਼ਬਦ ਦੀ ਯਾਤਰਾ ਹੈ। ਨਿਸ਼ਬਦ ਰਹਿਣਾ ਬੱਚੇ ਦੀ ਤਰ੍ਹਾਂ, ਵਰਤਮਾਨ ਵਿੱਚ ਰਹਿ ਕੇ ਜੋ ਕਰਨਾ ਉਹ ਕਰਨਾ ਬਸ। ਨਾ ਪਿੱਛੇ ਦੀ ਸੋਚ ਨਾ ਅੱਗੇ ਦੀ ਸੋਚ। ਪਿੱਛੇ ਜੋ ਹੋ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ, ਅੱਗੇ ਜੋ ਹੋ ਰਿਹਾ ਉਹ ਸਾਨੂੰ ਪਤਾ ਨਹੀਂ। ਹੁਣ ਕੀ ਕਰਨਾ, ਬਸ ਉਹੀ ਹੋਣਾ ਚਾਹੀਦਾ। ਤੇ ਇਹ ਸਾਇੰਸ ਜਿਹੜੀ ਸਥਿਤੀ ਨੂੰ ਦੱਸਦੀ ਹੈ, ਯੋਗੀ ਇਸ ਸਥਿਤੀ ਨੂੰ ਪਾਉਣ ਲਈ ਸਾਰੀ ਜ਼ਿੰਦਗੀ ਲਗਾ ਦਿੰਦਾ, ਮਿਹਨਤ ਕਰਦਾ। ਔਰ ਜਿੰਨੇ ਅਸੀਂ ਗ੍ਰੰਥ ਦੇਖ ਰਹੇ ਹਾਂ ਨਾ, ਉਹ ਸਾਰੇ ਡੈਲਟਾ ਸਥਿਤੀ ਵਿੱਚ ਹੀ ਉਤਰੇ ਨੇ। ਡਾਊਨਲੋਡ ਹੋਇਆ ਪੂਰਾ ਗਿਆਨ, ਕਿਉਂਕਿ ਮਨ ਚੁੱਪ ਕਰ ਗਿਆ। ਹੁਣ ਅਸੀਂ ਕਹਿੰਦੇ ਮੌਨ ਤੇ ਰੱਖਣਾ ਹੀ ਨਹੀਂ, ਅਸੀਂ ਸਾਨੂੰ ਤਾਂ ਮੌਨ ਮਨਾ ਹੈ, ਲੇਕਿਨ ਜ਼ਿਆਦਾ ਗੱਲਾਂ ਕਰਨੀਆਂ ਵੀ ਤੇ ਮਨਾ ਨੇ। ਇਹ ਤੇ ਨਹੀਂ ਕਿ ਬੋਲੀ ਜਾ ਦਿਨ ਰਾਤ ਬੋਲੀ ਜਾ, ਇਹ ਵੀ ਨਹੀਂ ਕਿਹਾ। ਜਿੱਥੇ ਬੋਲਣਾ, ਜਿੰਨਾ ਬੋਲਣਾ ਉਹਦੀ ਸਮਝ ਹੋਣੀ ਚਾਹੀਦੀ ਹੈ। ਉਹ ਸਮਝ ਆਏਗੀ ਕਿਸ ਤਰ੍ਹਾਂ ਜੇ ਬੋਲੀ ਜਾਵਾਂਗੇ ਤੇ। ਬੋਲ ਰਹੇ ਹਾਂ ਤੇ એનર્ਜੀ ਬਾਹਰ ਜਾ ਰਹੀ ਹੈ, ਤੇ એનર્ਜੀ ਨੂੰ ਬਚਾਵਾਂਗੇ ਨਹੀਂ ਤੇ ਸਮਝ ਕਿਸ ਤਰ੍ਹਾਂ ਆਏਗੀ। ਤੇ ਇੱਕ ਵਾਰੀ ਬੱਚਾ ਬੋਲਣਾ ਸ਼ੁਰੂ ਕਰਦਾ, ਫਿਰ ਸਾਰੀ ਜ਼ਿੰਦਗੀ ਉਹਨੂੰ ਕੋਈ ਚੁੱਪ ਨਹੀਂ ਕਰਾ ਸਕਦਾ। ਫਿਰ ਉਹ ਚੁੱਪ ਨਹੀਂ ਹੁੰਦਾ, ਕਿਉਂਕਿ ਚੁੱਪ ਹੋਣਾ ਆਉਂਦਾ ਹੀ ਨਹੀਂ। ਤੇ ਮੌਨ ਰੱਖਾਂਗੇ, ਇੱਥੋਂ ਮੌਨ ਰੱਖਾਂਗੇ, ਮੂੰਹ ਬੰਦ ਕਰਾਂਗੇ, ਫਿਰ ਪਤਾ ਚੱਲੇਗਾ ਅੰਦਰ ਕਿੰਨਾ ਸ਼ੋਰ ਹੈ। ਵਿਚਾਰਾਂ ਦਾ ਸ਼ੋਰ ਸੁਣਾਈ ਦੇਗਾ। ਤੇ ਜਿਉਂ-ਜਿਉਂ ਵਿਚਾਰਾਂ ਦਾ ਮੌਨ ਕਰਾਂਗੇ ਸਾਧਨਾ ਕਰਕੇ, ਤੇ ਫਿਰ ਆਤਮਾ ਦੀ ਆਵਾਜ਼ ਸੁਣਾਈ ਦੇਗੀ। ਹੁਣ ਮਨ ਹੀ ਇੰਨੇ ਬੈਂਡ ਬਾਜੇ ਅੰਦਰ ਵਜਾ ਰਿਹਾ ਹੈ, ਤੇ ਆਤਮਾ ਦੀ ਆਵਾਜ਼ ਕਿੱਥੋਂ ਸੁਣੇਗੀ। ਤੇ ਆਤਮਾ ਦੀ ਆਵਾਜ਼ ਸੁਣਨ ਲਈ ਮਨ ਦਾ ਮੌਨ ਹੋਣਾ ਬਹੁਤ ਜ਼ਰੂਰੀ ਹੈ। ਮਨ ਦਾ ਨਿਰਵਿਚਾਰ ਹੋਣਾ ਬਹੁਤ ਜ਼ਰੂਰੀ ਹੈ। ਨਿਰਵਿਚਾਰ ਅਵਸਥਾ ਨੂੰ ਪਾਣਾ ਹੈ, ਤੇ ਨਿਰਵਿਚਾਰ ਅਵਸਥਾ ਵਿੱਚ ਹੀ ਪਰਮਾਤਮਾ ਦੀ ਆਵਾਜ਼ ਸੁਣੀ ਜਾਂਦੀ ਹੈ। ਜਦ ਤੱਕ ਅਸੀਂ ਮਨ ਦੇ ਜਾਲ ਵਿੱਚ, ਸ਼ਬਦਾਂ ਦੇ ਜਾਲ ਵਿੱਚ ਉਲਝੇ ਹੋਏ ਹਾਂ, ਤਦ ਤੱਕ ਅਸੀਂ ਨਹੀਂ ਸੁਣ ਸਕਦੇ, ਅੰਦਰੋਂ ਦਾ ਗਿਆਨ ਨਹੀਂ ਮਿਲ ਸਕਦਾ ਤਦ ਤੱਕ। ਤੇ ਇਹ ਸ਼ਬਦ ਤੋਂ ਨਿਸ਼ਬਦ ਦੀ ਯਾਤਰਾ ਹੈ। ਤਾਂ ਹੀ ਕਹਿੰਦੇ ਨੇ ਜਿੰਨਾ ਮਨ ਸ਼ਾਂਤ ਹੁੰਦਾ ਜਾਏਗਾ, ਓਨਾ ਅਸੀਂ ਪਰਮਾਤਮਾ ਦੀ, ਸੰਤਾਂ ਦੀ, ਆਪਣੀ ਆਤਮਾ ਦੀ ਆਵਾਜ਼ ਸੁਣਨ ਦੇ ਲਾਇਕ ਬਣਾਂਗੇ। ਆਵਾਜ਼ ਤੇ ਦੇ ਹੀ ਰਹੀ ਅੰਦਰੋਂ, ਪਰ ਅਸੀਂ ਸੁਣਨੇ ਦੀ ਸਥਿਤੀ ਵਿੱਚ ਨਹੀਂ ਹਾਂ। ਸਾਨੂੰ ਸਮਝ ਹੀ ਨਹੀਂ ਆਉਂਦਾ, ਅਸੀਂ ਸੁਣ ਹੀ ਨਹੀਂ ਪਾ ਰਹੇ, ਕਿਉਂਕਿ ਅਸੀਂ ਮਨ ਨੂੰ ਚੁੱਪ ਨਹੀਂ ਕਰਾਇਆ, ਸ਼ਾਂਤ ਨਹੀਂ ਕਰਾਇਆ। ਤੇ ਯੋਗੀ ਜਿਹੜੇ ਨੇ ਉਹ ਵਾਪਸ ਉਸ ਸਥਿਤੀ ਵਿੱਚ ਜਾਣ ਲਈ ਇੰਨੀ ਮਿਹਨਤ ਕਰਦੇ ਨੇ ਕਿ ਬੱਚੇ ਦੀ ਤਰ੍ਹਾਂ ਮਨ ਸੋ ਜਾਏ। ਫਿਰ ਐ ਨਹੀਂ ਕਿ ਸੋ ਜਾਣਗੇ ਤੇ ਸੰਸਾਰ ਦਾ ਪਤਾ ਨਹੀਂ ਚੱਲੇਗਾ, ਸਾਡੇ ਨਾਲ ਜ਼ਿਆਦਾ ਪਤਾ ਚੱਲਦਾ ਉਹਨਾਂ ਨੂੰ, ਕਿਉਂਕਿ ਬਹੁਤ ਜ਼ਿਆਦਾ ਜਾਗਰੂਕਤਾ ਵੱਧ ਜਾਂਦੀ ਹੈ, ਹਰ ਚੀਜ਼ ਪਤਾ ਚੱਲਦੀ ਹੈ। ਜੋ ਸਾਨੂੰ ਪਤਾ ਨਹੀਂ ਚੱਲਦਾ ਉਹ ਵੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ। ਇੱਥੇ ਬੈਠੇ ਹੋਏ ਉਹ ਕਿਸੇ ਵੀ ਬ੍ਰਹਿਮੰਡ ਦੇ ਕੋਨੇ ਤੋਂ ਗਿਆਨ ਲੈ ਸਕਦੇ ਨੇ, ਕਿਉਂਕਿ ਇੰਨਾ ਮਨ ਸ਼ਾਂਤ ਹੋ ਗਿਆ। ਤੇ ਆਤਮਾ ਦੀ ਤੇ ਕੋਈ ਭਾਸ਼ਾ ਹੀ ਨਹੀਂ ਹੈ, ਆਤਮਾ ਤੇ ਊਰਜਾ ਨੂੰ ਮਹਿਸੂਸ ਕਰਦੀ ਹੈ। ਤੇ ਅਸੀਂ ਵਾਪਸ ਉਸ ਸਥਿਤੀ 'ਚ ਜਾਣਾ, ਅਮਨ ਸਥਿਤੀ ਵਿੱਚ। ਜਿਸ ਵੇਲੇ ਬੰਦਾ ਸੋ ਜਾਂਦਾ ਨਾ, ਉਹਨੂੰ ਬਿਲਕੁਲ ਨਹੀਂ ਪਤਾ ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਇਸਤਰੀ ਹਾਂ, ਮੈਂ ਪੁਰਸ਼ ਹਾਂ, ਮੈਂ ਕੌਣ ਹਾਂ, ਮੈਂ ਕਿੱਥੇ ਹਾਂ, ਸਭ ਭੁੱਲ ਜਾਂਦਾ ਗਹਿਰੀ ਨੀਂਦ ਵਿੱਚ। ਤੇ ਉਹਦੇ ਸਰੀਰ ਦੀ ਹੀਲਿੰਗ ਹੋ ਜਾਂਦੀ ਹੈ। ਤੇ ਜਿਸ ਵੇਲੇ ਸਾਨੂੰ ਆਪਣੀ ਹੋਸ਼ ਵਿੱਚ ਉਸ ਅਵਸਥਾ ਵਿੱਚ ਰਹਿਣਾ ਆ ਗਿਆ, ਤੇ ਫਿਰ ਤੇ ਸਾਨੂੰ ਗਿਆਨ ਮਿਲੇਗਾ, ਆਤਮ ਗਿਆਨ ਮਿਲੇਗਾ, ਬ੍ਰਹਮ ਗਿਆਨ ਮਿਲੇਗਾ, ਜਿਹਦੇ ਲਈ ਅਸੀਂ ਇਸ ਧਰਤੀ ਤੇ ਜਨਮ ਲਿਆ। ਤੇ ਅਸੀਂ ਜਾਤੀ ਪਾਤੀ ਦੇ ਸ਼ਬਦਾਂ ਦੇ ਜਾਲ ਤੋਂ ਉੱਠੀਏ ਉੱਪਰ, ਤੇ ਮਨ ਨੂੰ ਚੁੱਪ ਕਰਾਣਾ ਸਿੱਖੀਏ, ਕਿਉਂਕਿ ਚੁੱਪ ਹੋਏਗਾ ਤੇ ਤਾਂ ਹੀ ਕੁਝ ਹੋਏਗਾ। ਹੁਣ ਅਸੀਂ ਦੇਖੋ ਕਿ ਜਿਸ ਵੇਲੇ ਬੜੇ ਪਰੇਸ਼ਾਨ ਹੁੰਦੇ ਆ, ਕਿਸੇ ਗੱਲ ਤੋਂ ਦੁਖੀ ਹੁੰਦੇ ਆ, ਜਾਂ ਕੋਈ ਆਪਣਾ ਬਿਮਾਰ ਹੁੰਦਾ ਜਾਂ ਅਸੀਂ ਬਿਮਾਰ ਹੁੰਦੇ ਆ, ਉਸ ਵੇਲੇ ਸਾਡੇ ਦਿਲ ਤੋਂ ਦੁਆ ਨਿਕਲਦੀ ਹੈ। ਇਹ ਕਹਿੰਦੇ ਦਿਲ ਤੋਂ ਦੁਆ ਨਿਕਲੀ, ਤੇ ਦਿਲ ਕੋਲ ਤੇ ਸ਼ਬਦ ਹੈ ਨਹੀਂ, ਊਰਜਾ ਹੀ ਹੈ। ਸ਼ਬਦ ਤੇ ਮਨ ਕੋਲ ਨੇ, ਮਨ ਤੋਂ ਕੋਈ ਨਹੀਂ ਕਹਿੰਦਾ ਦੁਆ ਨਿਕਲੀ, ਕਿਉਂਕਿ ਮਨ ਦੀ ਤੇ ਬਾਰ-ਬਾਰ ਬਦਲਦੀਆਂ ਰਹਿੰਦੀਆਂ ਗੱਲਾਂ। ਮਨ ਦੀ ਸੁਣਦਾ ਕੌਣ ਹੈ? ਪਰਮਾਤਮਾ ਤੇ ਮਨ ਦੀ ਨਹੀਂ ਸੁਣਦਾ, ਦਿਲ ਦੀ, ਆਤਮਾ ਦੀ ਸੁਣਦਾ। ਤੇ ਉਸ ਵੇਲੇ ਕੋਈ ਅਸੀਂ ਪ੍ਰਾਰਥਨਾ ਨਹੀਂ ਕਰਦੇ ਖੜੇ ਹੋ ਕੇ ਫਾਰਮਲੀ ਕਿ ਅਸੀਂ ਜਾਈਏ ਪ੍ਰਾਰਥਨਾ ਕਰੀਏ। ਉਸ ਵੇਲੇ ਕੁਦਰਤੀ ਦਿਲ ਤੋਂ ਦੁਆ ਨਿਕਲਦੀ, ਕੁਦਰਤੀ ਦਿਲ ਤੋਂ ਫਰਿਆਦ ਨਿਕਲਦੀ ਹੈ, ਤੇ ਫਿਰ ਉਹ ਫਰਿਆਦ ਕੰਮ ਕਰਦੀ ਹੈ। ਜਿਹੜਾ ਬੰਦਾ ਕੰਮਾਂ 'ਚ ਬੈਠਾ ਹੋਇਆ ਤੇ ਉਹ ਮੰਦਿਰ ਗੁਰਦੁਆਰੇ ਜਾ ਕੇ ਥੋੜੀ ਅਰਦਾਸ ਕਰੇਗਾ, ਪ੍ਰਾਰਥਨਾ ਕਰੇਗਾ। ਉਹ ਉਸੇ ਅਵਸਥਾ ਵਿੱਚ ਉਹਦੇ ਆਤਮਾ ਤੋਂ ਆਵਾਜ਼ ਨਿਕਲਦੀ ਹੈ, ਪੁਕਾਰ ਕਰਦੀ ਹੈ ਆਤਮਾ ਕਿ ਪਰਮਾਤਮਾ ਮੈਨੂੰ ਬਚਾ ਲੈ। ਉਸ ਵੇਲੇ ਪਰਮਾਤਮਾ ਵੱਲ ਧਿਆਨ ਚਲਾ ਜਾਂਦਾ ਹੈ। ਤੂੰ ਹੀ ਹੈ ਹੁਣ ਮੇਰਾ ਕੋਈ ਨਹੀਂ ਤੇਰੇ ਤੋਂ ਬਿਨਾ। ਫਿਰ ਪੁਕਾਰ ਸੁਣੀ ਜਾਂਦੀ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ
कि हाथी जिस वेले मगरमच्छ ने ओनू पैर ओदा खिंचना शुरू कर दिता और उन्हें देखा कि उनमें बच नहीं सकता क्योंकि मगरमच्छ खिंची जा रहा है, तो उन्हें असी ये पढ़ने आ पुकार की ते हाथी कोल ते शब्द नहीं ने पुकार किस तरह की अंदरों आत्मा ने पुकार की ते ओदे कोल ते शब्द नहीं ने ऊर्जा है। ते थोड़ा गहराई नाल इन्हां चीजां नूं समझिए ते शब्द संसार चलाने ਲਈ जरूरी ने ते परमात्मा दे रस्ते ते चलना है ते शब्दां तो शुरुआत करके फिर निशब्द होना है ते निशब्द होके ही जावांगे, ढोल वजांदे उत्थे नहीं जा सकते असी। ये सारी यात्रा शब्दां तो निशब्द होने की यात्रा है। वापस गंगा ने गंगोत्री की तरफ जाना है और बहुत कठिन यात्रा है क्योंकि गंगोत्री तो समुद्र की तरफ जाना आसान है, गंगोत्री की तरफ जाना वापस पलट के औखा काम है। ऐसी वापस अपने सोर्स की तरफ स्रोत की तरफ जाना है, शब्द छोड़ के ही जाना है। सो बहुत बहुत तुहाडा धन्यवाद। सत श्री अकाल। फिर एक नवे विषय नाल तुहाडे नाल मुलाकात करांगे, होर गहराई नाल इहदे ते विचार करो। थैंक यू, थैंक यू, थैंक यू।